ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਪਿਆਰ ਦੀ ਦੁਨੀਆ ਅੰਕ 66। ਭਾਰਤ ਪੁੱਤਰੀ ਦੀ ਮੁਲਾਕਾਤ ਤੋਂ ਬਾਅਦ ਅਗਲਾ ਦਿਨ ਤੇ ਫਿਰ ਅਗਲੇਰਾ ਦਿਨ ਵੀ ਸੁੰਦਰਦਾਸ ਨੇ ਉਡੀਕ ਵਿੱਚ ਬਿਤਾਇਆ, ਪਰ ਹਜੇ ਤੱਕ ਉਧਰੋਂ ਮੁਲਾਕਾਤ ਦਾ ਕੋਈ ਸੁਨੇਹਾ ਉਸਨੂੰ ਨਹੀਂ ਸੀ ਮਿਲਿਆ। ਰਾਤ ਕਾਫੀ ਬੀਤ ਚੁੱਕੀ ਸੀ ਤੇ ਉਹ ਬਿਸਤਰੇ ਵਿੱਚ ਲੇਟਿਆ ਸੋਚ ਰਿਹਾ ਸੀ। ਘੱਲਿਆ ਸੀ ਮੈਨੂੰ ਪੋਲਿਟਿਕਸ ਬਾਰੇ ਵਿਚਾਰ ਵਟਾਂਦਰੇ ਲਈ, ਪਰ ਸਾਰੇ ਵਕਤ ਵਿੱਚੋਂ ਪੌਣਾ ਵਕਤ ਉਹਨੇ ਪੁਸ਼ਪਾ ਬਾਰੇ ਘੋਖਦਿਆਂ ਹੀ ਗੁਜ਼ਾਰ ਦਿੱਤਾ। ਆਖਿਰ ਇਸ ਦੀ ਵਜ੍ਹਾ ਕੀ ਹੈ? ਬਿਸਤਰੇ ਵਿੱਚ ਲੇਟਿਆ ਸੁੰਦਰਦਾਸ ਇਹਨਾਂ ਖਿਆਲਾਂ ਦੇ ਵਲਾਵਿਆਂ ਵਿੱਚ ਪਲਚਦਾ ਜਾ ਰਿਹਾ ਸੀ। ਛੇਕੜ ਇਸੇ ਛਿੱਟੇ ਤੇ ਪੁੱਜਾ ਕਿ ਵਾਕਈ ਉਸ ਮਟਿਆਰ ਦਾ ਝੁਕਾਅ ਜ਼ਰੂਰ ਹੈ ਉਸ ਵੱਲ। ਜੇ ਨਾ ਹੁੰਦਾ ਅਵਲ ਤਾਂ ਭਾਰਤ ਪੁੱਤਰੀ ਨੂੰ ਲੋੜ ਹੀ ਨਹੀਂ ਸੀ ਉਸਨੂੰ ਸੱਦ ਘੱਲਣ ਦੀ, ਪਰ ਜੇ ਉਸ ਸੱਦਿਆ ਹੀ ਸੀ ਤਾਂ ਇਸ ਕਿਸਮ ਦੀਆਂ ਗੱਲਾਂ ਉਹ ਕਰ ਹੀ ਕਿਵੇਂ ਸਕਦੀ ਜੇ ਉਸਦਾ ਝੁਕਾਅ ਮੇਰੇ ਵੱਲ ਨਾ ਹੁੰਦਾ। ਬਿਨਾਂ ਝੁਕਾਅ ਤੋਂ ਕੋਈ ਜਵਾਨ ਲੜਕੀ ਏਡੀ ਲਾਤ ਕਲਫੀ ਨਾਲ ਇੱਕ ਓਪਰੇ ਆਦਮੀ ਨੂੰ ਇਹੋ ਜਿਹੀਆਂ ਪੁੱਛ ਸਕਦੀ ਸੀ? ਏਦਾਂ ਦੀਆਂ ਗੱਲਾਂ ਚੋਂ ਸਵਾਦ ਲੈ ਸਕਦੀ ਸੀ? ਇਸ ਸਿੱਟੇ ਤੇ ਪੁੱਜ ਕੇ ਸੁੰਦਰਦਾਸ ਦੇ ਮਨ ਦੀ ਹਾਲਤ ਵਿੱਚ 1 ਤੋਲਾ ਚੈਨ ਤੇ 1.5 ਤੋਲਾ ਬੇਚੈਨੀ ਆ ਰਲੀ। ਚੈਨ ਨਾਲੋਂ ਬੇਚੈਨੀ ਦਾ ਮਾਤਰਾ ਸ਼ਾਇਦ ਇਸ ਕਰਕੇ ਵੱਧ ਸੀ ਕਿ ਪੁਸ਼ਪਾ ਦੀਆਂ ਦੁਖਦਾਈ ਯਾਦਾਂ ਉਸਦਾ ਪਿੱਛਾ ਨਹੀਂ ਸਨ ਛੱਡ ਰਹੀਆਂ, ਵਿਸ਼ੇਸ਼ ਤੌਰ ਤੇ ਜਦਕਿ ਹਜੇ ਹੋਰ ਕਈ ਦਿਨ ਉਸਨੇ ਇਸੇ ਮਕਾਨ ਵਿੱਚ ਟਿਕਣਾ ਸੀ ਤੇ ਜਿੱਥੇ ਪੁਸ਼ਪਾ ਦਾ ਸਾਖਿਆਤ ਹੋਣਾ ਲਾਜ਼ਮੀ ਸੀ। ਉਹ ਸੋਚ ਰਿਹਾ ਸੀ ਕਿੰਨਾ ਚੰਗਾ ਹੁੰਦਾ ਜੇ ਮੈਂ ਅੱਜ ਹੀ ਇਸ ਮਕਾਨ ਨੂੰ ਛੱਡ ਦਿੰਦਾ। ਖਿਆਲਾਂ ਦੇ ਪਲਟੇ ਆਈ ਗਏ ਤੇ ਸੁੰਦਰਦਾਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਪਰਸਪਰ ਵਿਰੋਧੀ ਉਦਗਾਰ ਇੱਕ ਦੂਜੇ ਵਿੱਚ ਡੁੱਬਦੇ ਉੱਭਰਦੇ ਚਲੇ ਗਏ। ਬਾਬਾ, ਉਹ ਕੌਣ ਹੈ ਜਿਸ ਨੂੰ ਭਾਰਤ ਪੁੱਤਰੀ ਆਪਣਾ ਉਸਤਾਦ ਮੰਨਦੀ ਹੈ? ਕਿੰਨੀ ਕੁ ਕਾਬਲੀਅਤ ਦਾ ਮਾਲਕ ਹੋ ਸਕਦਾ ਹੈ ਉਹ? ਸ਼ਾਇਦ ਬਹੁਤ ਜ਼ਿਆਦਾ। ਤਾਂ ਹੀ ਤਾਂ 18-20 ਵਰ੍ਹਿਆਂ ਦੀ ਇੱਕ ਕੁੜੀ ਨੂੰ ਉਸਦੀ ਸ਼ਾਗਰਦੀ ਵਿੱਚੋਂ ਇਤਨਾ ਕੁਝ ਪ੍ਰਾਪਤ ਹੋਇਆ। ਵਾਕਈ ਉਹ ਕੋਈ ਗੈਰ ਮਾਮੂਲੀ ਆਦਮੀ ਹੀ ਹੋ ਸਕਦਾ ਹੈ। ਪਰ ਹਜੇ ਤਾਂ ਬੈਂਸ ਦੇ ਅਖਾੜੇ ਵਿੱਚ ਉਤਰ ਕੇ ਮੈਂ ਉਸਨੂੰ ਪਛਾੜਨਾ ਹੈ। ਕੀ ਪਛਾੜ ਸਕਾਂਗਾ ਮੈਂ ਉਸਨੂੰ? ਤੇ ਜੇ ਨਾ ਪਛਾੜ ਸਕਿਆ, ਜੇ ਦਲੀਲਬਾਜ਼ੀ ਦੀ ਦੌੜ ਵਿੱਚ ਉਹ ਮੇਰੇ ਨਾਲੋਂ ਵੀ ਵੱਡਾ ਸ਼ਾਹ ਸਵਾਰ ਨਿਕਲਿਆ, ਪਰ ਉਸਦੀ ਮੁਲਾਕਾਤ ਲਈ ਸੱਦਾ ਉਸ ਹਜੇ ਤੱਕ ਨਹੀਂ ਭੇਜਿਆ। ਇਸੇ ਵੇਲੇ ਬੂਹਾ ਖੜਕਿਆ। ਕੌਣ ਹੈ? ਮੈਂ ਹਾਂ ਡਾਕਟਰ ਜੀ, ਪ੍ਰੀਤਮ ਸਿੰਘ। ਸੁੰਦਰਦਾਸ ਨੇ ਉੱਠ ਕੇ ਬੂਹੇ ਦੀ ਚਿਟਕਣੀ ਖੋਲੀ। ਪ੍ਰੀਤਮ ਸਿੰਘ ਦੀ ਹੀ ਹਦਾਇਤ ਅਨੁਸਾਰ ਉਹ ਸੌਣ ਤੋਂ ਪਹਿਲਾਂ ਅੰਦਰੋਂ ਬੰਦ ਕਰ ਲਿਆ ਕਰਦਾ ਸੀ। ਤੁਸੀਂ ਇਸ ਵੇਲੇ? ਸੁੰਦਰਦਾਸ ਨੇ ਪੁੱਛਿਆ। ਜੀ ਹਾਂ, ਪ੍ਰੀਤਮ ਸਿੰਘ ਉਸਦੇ ਮੰਜੇ ਤੇ ਬੈਠਦਾ ਹੋਇਆ ਬੋਲਿਆ। ਕੀ ਕਰਦਾ? ਜਿੰਦ ਜੂਝ ਕੁੜੱਕੀ ਵਿੱਚ ਫਸੀ ਹੋਈ ਏ। ਕਿਉਂ, ਕੋਈ ਹੋਰ ਵਾਰਦਾਤ? ਜੀ ਨਹੀਂ, ਵਾਰਦਾਤਾਂ ਦੀ ਤਾਂ ਮੈਨੂੰ ਜ਼ਿਆਦਾ ਚਿੰਤਾ ਨਹੀਂ। ਠਠਿਆਰਾਂ ਦੀ ਬਿੱਲੀ ਵਾਂਗ ਇਹਨਾਂ ਦਾ ਆਦੀ ਹੋ ਚੁੱਕਾ ਹਾਂ। ਪਰ ਘਰ ਵਿੱਚ ਹੀ ਇੱਕ ਐਸੀ ਵਾਰਦਾਤ ਹੋ ਗਈ ਜਿਸਨੇ ਖੂਨ ਸੁਕਾ ਰੱਖਿਆ ਹੈ। ਘਰ ਵਿੱਚ? ਚਿੰਤਾਤੁਰ ਹੋ ਕੇ ਸੁੰਦਰਦਾਸ ਨੇ ਪੁੱਛਿਆ। ਮਸਲਿਨ? ਕੁਝ ਨਾ ਪੁੱਛੋ ਡਾਕਟਰ ਜੀ, ਪਤਾ ਨਹੀਂ ਲੱਗਦਾ ਕਿ ਇਹ ਕੀ ਹੋ ਰਿਹਾ ਹੈ। ਇੱਧਰ ਤੁਸੀਂ ਵਿਆਹ ਸ਼ਾਦੀ ਦੀ ਗੱਲ ਸੁਣ ਕੇ ਕੰਨਾਂ ਤੇ ਹੱਥ ਧਰਦੇ ਹੋ, ਉਧਰ ਪੁਸ਼ਪਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਤੁਸਾਂ ਬਾਰੇ ਤਾਂ ਚਲੋ ਮੰਨ ਲਿਆ ਕਿ ਟੂਟਾਰ ਦੀ ਸਨਕ ਸਵਾਰ ਹੈ ਇਸ ਵੇਲੇ ਤੁਹਾਡੇ ਉੱਤੇ, ਪਰ ਉਸ ਚੁੜੇਲ ਨੂੰ ਵੀ ਪਤਾ ਨਹੀਂ ਕੀ ਮਾਰ ਵਗ ਗਈ ਏ ਕਿ ਵਿਆਹ ਦਾ ਨਾਂ ਲਓ ਤਾਂ ਸਿਰ ਦੇ ਵਾਲਾਂ ਨੂੰ ਆਉਂਦੀ ਹੈ। ਬੜਾ ਹੈਰਾਨ ਹਾਂ ਕਿ ਥੋੜੇ ਦਿਨ ਪਹਿਲਾਂ ਤੀਕ ਤਾਂ ਤੁਸਾਂ ਦੋਹਾਂ ਨੂੰ ਮੁਸ਼ਤਾਕ ਵੇਖਦਾ ਸਾਂ। ਪਤਾ ਨਹੀਂ ਇੱਧਰ ਥੋੜੇ ਦਿਨਾਂ ਤੋਂ ਕੀ ਬਿੱਲੀ ਨਿਸ਼ ਗਈ ਕਿ ਨਾ ਉਹ ਹਾਮੀ ਭਰਦੀ ਏ ਨਾ ਤੁਸੀਂ। ਉਧਰ ਮਾਂ ਜੀ ਵੱਖਰੇ ਖੱਪ ਕੇ ਫਾਵੇਂ ਹੋਣ ਡਏ ਹੋਏ ਨੇ। ਸੋਤੇ ਤੋਂ ਲੈ ਕੇ ਹੁਣ ਤੀਕ ਅਸੀਂ ਦੋਵੇਂ ਮਾਂ ਪੁੱਤਰ ਜਿਉਣ ਲੱਗੇ ਸਿਰ ਖਪਾਨ, ਪਰ ਕੋਈ ਵੀ ਅਸਰ ਹੁੰਦਾ ਨਹੀਂ ਦਿਸਦਾ ਉਸ ਕੁੜੀ ਉੱਤੇ। ਐਵੇਂ ਖਿਆਲ ਆ ਗਿਆ ਦਿਲ ਵਿੱਚ, ਕਿਉਂ ਨਾ ਤੁਹਾਡੇ ਪਾਸੋਂ ਹੀ ਪੁੱਛ ਵੇਖਾਂ, ਮਤੇ ਤੁਸਾਂ ਹੀ ਉਸਨੂੰ ਕੁਝ ਐਸੀ ਗੱਲ ਕਹਿ ਦਿੱਤੀ ਹੋਵੇ, ਇਸ ਕਰਕੇ ਚਲਾ ਆਇਆ ਹਾਂ। ਸੁੰਦਰਦਾਸ ਨੇ ਜਦ ਵੇਖਿਆ ਕਿ ਨਾਮ ਨਮੁੱਕਰ ਦਾ ਉਸਨੂੰ ਤਾਂ ਕੋਈ ਲਾਭ ਹੈ ਹੀ ਨਹੀਂ, ਨਾ ਹੀ ਇਸ ਦੀ ਗੁੰਜਾਇਸ਼, ਤਾਂ ਉਸਨੇ ਸਭ ਕੁਝ ਸੱਚੋ ਸੱਚ ਦੱਸ ਦਿੱਤਾ ਜਿਵੇਂ ਪੁਸ਼ਪਾ ਨਾਲ ਉਸਦੀਆਂ ਉਦਣ ਗੱਲਾਂ ਹੋਈਆਂ ਸਨ। ਨਾਲ ਹੀ ਇਹ ਵੀ ਕਿ ਉਸਨੇ ਪ੍ਰੀਤਮ ਸਿੰਘ ਪਾਸ ਜਿਹੜਾ ਟੂਰ ਬਾਰੇ ਕਿਹਾ ਸੀ ਇਹ ਕੇਵਲ ਉਸਦਾ ਬਹਾਨਾ ਸੀ, ਜਦ ਪੁਸ਼ਪਾ ਖੁਦ ਹੀ ਉਸ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਰ ਚੁੱਕੀ ਸੀ। ਸਾਰਾ ਕੁਝ ਸੁਣ ਕੇ ਪ੍ਰੀਤਮ ਸਿੰਘ ਡੱਡੋ ਲਿਖ ਹੋ ਉੱਠਿਆ। ਉਸਦੇ ਕਹਿਣ ਸੁਣਨ ਲਈ ਹੁਣ ਕੁਝ ਵੀ ਬਾਕੀ ਨਹੀਂ ਸੀ ਰਹਿ ਗਿਆ। ਕੁਝ ਹੋਰ ਵੀ ਸੁਣਨਾ ਚਾਹੁੰਦੇ ਹੋ? ਸੁੰਦਰਦਾਸ ਥੋੜਾ ਚਿਰ ਚੁੱਪ ਰਹਿਣ ਤੋਂ ਬਾਅਦ ਬੋਲਿਆ। ਕੀ? ਪ੍ਰੀਤਮ ਸਿੰਘ ਨੇ ਢਿੱਲਾ ਜਿਹਾ ਸਵਾਲ ਕੀਤਾ। ਪਰਸੋਂ ਮੇਰੀ ਮੁਲਾਕਾਤ ਤੁਹਾਡੇ ਦੁਸ਼ਮਣ ਨੰਬਰ 1 ਨਾਲ ਹੋਈ ਸੀ। ਮੇਰੇ ਦੁਸ਼ਮਣ ਨਾਲ? ਪ੍ਰੀਤਮ ਸਿੰਘ ਦਾ ਧਿਆਨ ਇੱਕਦਮ ਖਿੱਚਿਆ ਗਿਆ। ਕਿਸ ਨਾਲ? ਉਸੇ ਭਾਰਤ ਪੁੱਤਰੀ ਨਾਲ। ਕੀ ਕਿਹਾ ਜੇ? ਪ੍ਰੀਤਮ ਸਿੰਘ ਇੱਕਦਮ ਉਤੇਜਿਤ ਹੋ ਉੱਠਿਆ। ਜਾਗਦੇ ਹੋ ਕਿ ਸੁਪਨੇ ਵਿੱਚ ਬੋਲ ਰਹੇ ਹੋ ਡਾਕਟਰ ਜੀ? ਜਾਗਦਾ ਹਾਂ, ਕਹਿਣ ਤੋਂ ਬਾਅਦ ਸੁੰਦਰਦਾਸ ਨੇ ਪਰਸੋਂ ਰਾਤ ਵਾਲੀ ਹੋਈ ਬੀਤੀ ਬਾਰੇ ਇਨ ਬਿਨ ਸਭੋ ਕੁਝ ਸੁਣਾਉਣਾ ਸ਼ੁਰੂ ਕੀਤਾ। ਇਸ ਨੂੰ ਪ੍ਰੀਤਮ ਸਿੰਘ ਸਾਰੇ ਦਾ ਸਾਰਾ ਕੰਨਾਂ ਦੇ ਰੂਪ ਵਿੱਚ ਵੱਟ ਕੇ ਤਦ ਤੱਕ ਸੁਣੀ ਗਿਆ ਜਦ ਤੱਕ ਇਹ ਵਾਰਤਾ ਖਤਮ ਨਾ ਹੋ ਗਈ।
ਸੁਣ ਕੇ ਪ੍ਰੀਤਮ ਸਿੰਘ ਹੱਕਾ ਬੱਕਾ ਰਹਿ ਗਿਆ। ਉਸਦੀਆਂ ਅੱਖਾਂ ਪੂਰੀ ਤਰ੍ਹਾਂ ਟੱਡੀਆਂ ਹੋਈਆਂ ਤੇ ਬੁੱਲ ਅੱਧੇ ਕੁ ਖੁੱਲੇ ਸਨ। ਕਿੰਨਾ ਹੀ ਚਿਰ ਉਹ ਆਪਣੇ ਆਪ ਵਿੱਚ ਬੋਲਣ ਦੀ ਆਗਸ ਨਾ ਲਿਆ ਸਕਿਆ। ਸੁੰਦਰ ਦਾਸ ਵੀ ਖਾਮੋਸ਼ ਸੀ ਤੇ ਇਸ ਤੋਂ ਪਹਿਲਾਂ ਕਿ ਵਾਰਤਾਲਾਪ ਦੀ ਲੜੀ ਨਵੇਂ ਸਿਰੇ ਆਰੰਭ ਹੁੰਦੀ, ਚਾਂਚਾ ਖੁੱਲੇ ਹੋਏ ਬੂਹੇ ਥਾਣੀ ਕਿਸੇ ਨੇ ਕਮਰੇ ਅੰਦਰ ਪ੍ਰਵੇਸ਼ ਕੀਤਾ, ਜਿਸ ਨੂੰ ਤੱਕਦਿਆਂ ਹੀ ਦੋਹਾਂ ਦੇ ਮੂੰਹੋਂ ਇੱਕੋ ਵਕਤ ਇੱਕੋ ਵਾਕ ਗੂੰਜਿਆ, "ਉਹ ਭਾਰਤ ਪੁੱਤਰੀ।" ਅੰਕ 67। ਦੋਹਾਂ ਨੂੰ ਹੀ ਸਮਝਣ ਵਿੱਚ ਦੇਰ ਨਾ ਲੱਗੀ ਕਿ ਨਕਾਬ ਹੇਠ ਲੁਕਿਆ ਹੋਇਆ ਇਹ ਚਿਹਰਾ ਤੇ ਗਾਊਨ ਵਿੱਚ ਮਬਲੂਸ ਇਹ ਸਰੀਰ ਭਾਰਤ ਪੁੱਤਰੀ ਤੋਂ ਬਿਨਾਂ ਹੋਰ ਕਿਸੇ ਦਾ ਨਹੀਂ ਹੋ ਸਕਦਾ, ਜਿਸ ਨੂੰ ਤੱਕ ਦੋਵੇਂ ਭੁੜਕ ਕੇ ਆਪਣੇ ਥਾਂ ਤੋਂ ਉੱਠ ਖੜੋਤੇ। ਪਰ ਅਗਾਂਹ ਵਧਣ ਦੀ ਜ਼ਰੂਰਤ ਕੇਵਲ ਸੁੰਦਰਦਾਸ ਹੀ ਕਰ ਸਕਿਆ। ਪ੍ਰੀਤਮ ਸਿੰਘ ਨੂੰ ਅਗਾਂਹ ਵਧਣ ਦੀ ਜ਼ਰੂਰਤ ਨਹੀਂ ਪਈ। ਭਾਰਤ ਪੁੱਤਰੀ ਦੇ ਹੱਥ ਵਿੱਚ ਪਿਸਤੌਲ ਸੀ, ਜਿਹੜਾ ਭਾਰਤ ਪੁੱਤਰੀ ਵਾਂਗ ਪ੍ਰੀਤਮ ਸਿੰਘ ਦਾ ਪਛਾਤਾ ਹੋਇਆ ਸੀ, ਉਹੀ ਜਿਸ ਨੂੰ ਉਦਣ ਇੱਕ ਕੁੜੀ ਉਸ ਪਾਸੋਂ ਮੁਸ਼ਕ ਕੇ ਲੈ ਗਈ ਸੀ। ਅੱਗੇ ਵਧ ਕੇ ਸੁੰਦਰਦਾਸ ਨੇ ਅੱਧੇ ਡਰ ਤੇ ਅੱਧੀ ਨਿਡਰਤਾ ਦੀ ਰਲਵੀਂ ਆਵਾਜ਼ ਵਿੱਚ ਆਉਣ ਵਾਲੀ ਨੂੰ ਸੰਬੋਧਨ ਕੀਤਾ, "ਵੈਲਕਮ ਮਿਸ ਭਾਰਤ ਪੁੱਤਰੀ। ਮੈਂ ਤਾਂ ਸੋਚਿਆ ਸੀ ਸ਼ਾਇਦ ਤੁਹਾਨੂੰ ਆਪਣਾ ਇਕਰਾਰ ਭੁੱਲ ਗਿਆ ਹੋਵੇਗਾ, ਪਰ ਜਾਪਦਾ ਹੈ ਤੁਹਾਡਾ ਹਾਫਜ਼ਾ ਇਤਨਾ ਕਮਜ਼ੋਰ ਨਹੀਂ।" ਤੇ ਕਹਿੰਦਿਆਂ ਉਹ ਮੁਸਕਰਾ ਪਿਆ। ਜਵਾਬ ਵਿੱਚ ਭਾਰਤ ਪੁੱਤਰੀ ਕੁਝ ਬੋਲਦੀ ਕਿ ਇੰਨੇ ਨੂੰ ਪ੍ਰੀਤਮ ਸਿੰਘ ਵੀ ਸੁੰਦਰਦਾਸ ਦੇ ਬਰਾਬਰ ਆ ਪੁੱਜਾ, ਸ਼ਾਇਦ ਪਿੱਛੇ ਦੁਬਕਿਆ ਰਹਿਣ ਨੂੰ ਆਪਣੀ ਹੇਠੀ ਖਿਆਲ ਕਰਕੇ। ਬਿਨਾਂ ਜਵਾਬ ਵਿੱਚ ਕੁਝ ਕਿਹਾ ਭਾਰਤ ਪੁੱਤਰੀ ਅਗਾਂਹ ਵੱਧ ਕੇ ਕੁਰਸੀ ਉੱਤੇ ਡਟ ਗਈ ਤੇ ਹਥਲੀ ਚੀਜ਼ ਦੇ ਸੰਕੇਤ ਨਾਲ ਉਸਨੇ ਦੋਹਾਂ ਨੂੰ ਮੰਜੇ ਤੇ ਬੈਠਣ ਦਾ ਸੰਕੇਤ ਕੀਤਾ ਤੇ ਚਾਬੀਦਾਰ ਖੰਡੌਣਿਆਂ ਵਾਂਗ ਦੋਵੇਂ ਮੰਜੇ ਤੇ ਆ ਬੈਠੇ। "ਇਹ ਲਓ ਜਨਾਬ।" ਹਥਲਾ ਪਿਸਤੌਲ ਪ੍ਰੀਤਮ ਸਿੰਘ ਦੇ ਲਾਗੇ ਮੰਜੇ ਤੇ ਸੁੱਟਦੀ ਹੋਈ ਉਹ ਬੋਲੀ, "ਉਸ ਰਾਤ ਗਲਤੀ ਨਾਲ ਇਸ ਨੂੰ ਮੈਂ ਨਾਲ ਹੀ ਲੈ ਗਈ ਸਾਂ।" ਤੇ ਫਿਰ ਉਸਨੇ ਸੁੰਦਰਦਾਸ ਨੂੰ ਸੰਬੋਧਨ ਕੀਤਾ, "ਮੁਆਫ ਕਰਨਾ ਸ਼੍ਰੀਮਾਨ, ਤੁਹਾਨੂੰ ਕਾਫੀ ਉਡੀਕ ਕਰਨੀ ਪਈ ਹੋਵੇਗੀ, ਪਰ ਮਾਮਲਾ ਹੀ ਕੁਝ ਗੜਬੜ।" ਤੇ ਇਸ ਤੋਂ ਪਹਿਲਾਂ ਹੀ ਕਿ ਭਾਰਤ ਪੁੱਤਰੀ ਆਪਣਾ ਵਾਕ ਪੂਰਾ ਕਰਦੀ, ਪ੍ਰੀਤਮ ਸਿੰਘ ਨੇ ਝਪਟਾ ਮਾਰ ਕੇ ਉਸਦੇ ਦੋਵੇਂ ਹੱਥ ਫੜ ਲਏ, ਇਹ ਕਹਿੰਦਿਆਂ, "ਮਕਾਰ ਸ਼ੋਕਰੀ, ਆਖਾਂ ਤੈਨੂੰ ਮਜ਼ਾ ਚਖਾਵਾਂ ਇਹਨਾਂ ਸ਼ਰਾਰਤਾਂ ਦਾ।" ਤੇ ਕਹਿੰਦਿਆਂ ਉਸਨੇ ਉਸਨੂੰ ਕੁਰਸੀ ਤੋਂ ਖਿੱਚ ਉਠਾਇਆ। "ਮੁਆਫ ਕਰਨਾ ਪੁਲਿਸ ਅਫਸਰ ਸਾਹਿਬ," ਨਕਾਬ ਵਿੱਚ ਹੱਸਦੀ ਹੋਈ ਉਹ ਬੋਲੀ, "ਐਸੀ ਹਰਕਤ ਕਰਕੇ ਤੁਸੀਂ ਆਪਣੇ ਮਰਦਾਉ ਦਾ ਸਬੂਤ ਨਹੀਂ ਦੇ ਰਹੇ। ਇੱਕ ਨਿਹੱਥੀ ਲੜਕੀ ਉਤੇ ਇੰਜ ਹੱਥ ਉਠਾਉਂਦਿਆਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।" ਸੁੰਦਰਦਾਸ ਕਦੀ ਇੱਕ ਵੱਲ ਕਦੀ ਦੂਜੇ ਵੱਲ ਤੱਕੀ ਜਾ ਰਿਹਾ ਸੀ। ਪ੍ਰੀਤਮ ਸਿੰਘ ਦੀ ਇਹ ਹਰਕਤ ਉਸਨੂੰ ਵੀ ਚੰਗੀ ਨਹੀਂ ਸੀ ਲੱਗ ਰਹੀ, ਪਰ ਦਿਲੋਂ ਚਾਹੁੰਦਾ ਹੋਇਆ ਵੀ ਉਸਦੇ ਵਿਰੋਧ ਵਿੱਚ ਕੁਝ ਨਹੀਂ ਬੋਲ ਸਕਿਆ। ਤਾਂ ਹੀ ਸੁੰਦਰਦਾਸ ਦੀਆਂ ਅੱਖਾਂ ਤਾੜੇ ਲੱਗ ਗਈਆਂ ਜਦ ਉਸਨੇ ਪ੍ਰੀਤਮ ਸਿੰਘ ਦੀ ਇੱਕ ਹੋਰ ਗੁਸਤਾਖੀ ਤੱਕੀ, ਨਕਾਬ ਧੂੰਦੀ। "ਉਹ ਪੁਸ਼ਪਾ ਹੈ?" ਇਹ ਤੇ ਦੋਹਾਂ ਦੇ ਮੂੰਹੋਂ ਇਕੱਠਾ ਨਿਕਲਿਆ। ਪ੍ਰੀਤਮ ਸਿੰਘ ਦਾ ਵਾਕ ਪੂਰਾ ਤੇ ਸੁੰਦਰਦਾਸ ਦਾ ਅਧੂਰਾ। ਹੱਥਾਂ ਵਿੱਚ ਫੜੇ ਹੋਏ ਹੱਥ ਪ੍ਰੀਤਮ ਸਿੰਘ ਜਾਣ ਕੇ ਛੱਡੇ ਜਾਂ ਉਸਦੀਆਂ ਨਾੜਾਂ ਬੇਹਿੱਸ ਹੋ ਜਾਣ ਕਰਕੇ ਆਪੇ ਛੁੱਟ ਗਏ, ਉਹ ਨਹੀਂ ਸਮਝ ਸਕਿਆ। ਪੁਸ਼ਪਾ ਉਹਨਾਂ ਦੋਹਾਂ ਦੇ ਵਿਚਾਲੇ ਬੈਠੀ ਕਹਿਕੇ ਉੱਤੇ ਕਹਿਕਾ ਮਾਰ ਕੇ ਹੱਸੀ ਜਾ ਰਹੀ ਸੀ, ਇੱਥੋਂ ਤੱਕ ਕਿ ਹੱਸਦਿਆਂ ਗੱਲ ਉਸਦੇ ਮੂੰਹੋਂ ਨਿਕਲਣੀ ਮੁਸ਼ਕਿਲ ਹੋ ਗਈ। ਉਸਦੀ ਦੇਖਾ ਦੇਖੀ ਦੂਸਰੇ ਦੋਵੇਂ ਵੀ ਹੱਸ ਕੇ ਦੂਰੇ ਹੋਣ ਲੱਗ ਪਏ। ਕਮਰਾ ਗੂੰਜ ਉੱਠਿਆ। "ਬਈ ਕਮਾਲ ਹੈ!" ਸੁੰਦਰਦਾਸ ਦੇ ਹਾਸੇ ਦੀ ਝਨਕਾਰ ਵਿੱਚੋਂ ਕੁਝ ਵਾਕ ਉੱਭਰੇ। ਖੈਰ ਹੋਰ ਤਾਂ ਸਭ ਕੁਝ ਮੰਨਿਆ, ਪਰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਆਵਾਜ਼ ਬਦਲਣ ਦੀ ਮੁਹਾਰਤ ਕਿੱਥੋਂ ਸਿੱਖ ਲਈ ਪੁਸ਼ਪਾ ਦੇਵੀ ਨੇ। ਇਸੇ ਗੱਲ ਦੀ ਤਾਂ ਮੈਨੂੰ ਹੈਰਾਨੀ ਹੈ, ਪ੍ਰੀਤਮ ਸਿੰਘ ਨੇ ਪੁਸ਼ਟੀ ਕੀਤੀ, ਜਿਸ ਦੇ ਜਵਾਬ ਵਿੱਚ ਪੁਸ਼ਪਾ ਬੋਲੀ, "ਤੁਹਾਨੂੰ ਪਤਾ ਹੀ ਹੈ ਕਿ ਸਟੇਜ ਉੱਤੇ ਨਾਟਕ ਕਰਨ ਦੀ ਮੇਰੀ ਕਾਫੀ ਮੁਹਾਰਤ ਹੈ। ਜਿਹੜਾ ਐਕਟਰ ਲੋੜ ਵੇਲੇ ਆਪਣੀ ਆਵਾਜ਼ ਨਹੀਂ ਬਦਲ ਸਕਦਾ, ਉਸਨੇ ਐਕਟਿੰਗ ਕੀ ਕਰਨੀ ਹੋਈ। ਧੰਨ ਭਾਰਤ ਪੁੱਤਰੀ।" ਸੁੰਦਰਦਾਸ ਆਸ਼ਸ਼ ਕਰ ਉੱਠਿਆ। "ਮੈਨੂੰ ਨਹੀਂ ਸੀ ਪਤਾ," ਪ੍ਰੀਤਮ ਸਿੰਘ ਨੇ ਦਾਦ ਦਿੱਤੀ, ਕਿ ਚੋਰ ਤੇ ਸਾਧ ਇੱਕੋ ਘਰ ਵਿੱਚ ਇਤਨਾ ਚਿਰ ਰਹਿ ਸਕਦੇ ਨੇ। "ਅੱਛਾ ਭਾਰਤ ਪੁੱਤਰੀ।" ਸੁੰਦਰਦਾਸ ਕੁਝ ਪੁੱਛਣ ਹੀ ਲੱਗਾ ਸੀ ਕਿ ਉਸਨੇ ਉਸਨੂੰ ਟੋਕ ਦਿੱਤਾ, "ਅੱਜ ਤੋਂ ਮੈਂ ਪੁਸ਼ਪਾ ਹਾਂ। ਹਕੀਕੀ ਭਾਰਤ ਪੁੱਤਰੀ ਬਣਨ ਲਈ ਮੈਨੂੰ ਤੁਹਾਡੀ ਸ਼ਾਗਿਰਦੀ ਕਰਨੀ ਪਵੇਗੀ।" "ਮੇਰੀ ਸ਼ਾਗਿਰਦੀ?" ਸੁੰਦਰਦਾਸ ਨੇ ਪੁੱਛਿਆ, "ਪਰ ਤੁਹਾਡਾ ਉਹ ਹਕੀਕੀ ਉਸਤਾਦ?" "ਬਾਬਾ ਜੀ ਦੀ ਗੱਲ ਕਰਦੇ ਹੋ?" ਪੁਸ਼ਪਾ ਕੁਝ ਉਤੇਜਨਾ ਵਿੱਚ ਬੋਲੀ। "ਉਹ ਵਿਚਾਰਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਾ ਹੈ।" "ਹੈਂ? ਕਦੋਂ?" ਦੋਹਾਂ ਨੇ ਸਾਂਝਾ ਸਵਾਲ ਕੀਤਾ। "ਹੁਣ ਤੋਂ ਕੁਝ ਹੀ ਘੰਟੇ ਪਹਿਲਾਂ।" "ਕੀ ਹੋਇਆ ਉਸਨੂੰ?" ਇਹ ਸਵਾਲ ਪ੍ਰੀਤਮ ਸਿੰਘ ਨੇ ਕੀਤਾ। "ਉਸ ਵਿਚਾਰੇ ਨੂੰ ਆਪਣੀ ਸ਼ਾਗਿਰਦ ਦੀ ਗੋਲੀ ਦਾ ਨਿਸ਼ਾਨਾ ਬਣਨਾ ਪਿਆ।" "ਤੇਰੀ ਗੋਲੀ ਦਾ?" ਪੁਸ਼ਪਾ। "ਹਾਂ ਪਾਪਾ ਜੀ।" ਦੋਹਾਂ ਨੂੰ ਜਦ ਕਾਰਨ ਪੁੱਛਣ ਲਈ ਪੁਸ਼ਪਾ ਨੇ ਬੇਕਰਾਰ ਵੇਖਿਆ ਤਾਂ ਉਸਨੇ ਸੁੰਦਰਦਾਸ ਨੂੰ ਸੰਬੋਧਨ ਕਰਦਿਆਂ ਦੱਸਣਾ ਸ਼ੁਰੂ ਕੀਤਾ, "ਤੁਹਾਡੀ ਪਰਸੋਂ ਵਾਲੀ ਮੁਲਾਕਾਤ ਤੋਂ ਬਾਅਦ ਕੱਲ ਮੈਂ ਬਾਬਾ ਜੀ ਨੂੰ ਸਭ ਕੁਝ ਸੁਣਾਇਆ, ਨਾਲ ਇਹ ਵੀ ਦੱਸਿਆ ਕਿ ਡਾਕਟਰ ਹੋਰਾਂ ਦੀਆਂ ਗੱਲਾਂ ਤੋਂ ਨਿਰੀ ਪ੍ਰਭਾਵਿਤ ਹੀ ਨਹੀਂ ਹੋਈ, ਬਲਕਿ ਮੇਰੇ ਖਿਆਲਾਂ ਵਿੱਚ ਵੀ ਉਲਟ ਫੇਰ ਹੋ ਗਿਆ ਹੈ।" "ਫਿਰ?" ਐਤਕਾਂ ਪ੍ਰੀਤਮ ਸਿੰਘ ਨੇ ਪੁੱਛਿਆ। "ਫਿਰ ਉਸ ਕੀ ਜਵਾਬ ਦਿੱਤਾ?" "ਜਵਾਬ?" ਪੁਸ਼ਪਾ ਬੋਲੀ, "ਕੀ ਦੱਸਾਂ ਪਾਪਾ ਜੀ, ਉਹ ਤਾਂ ਇੱਕਦਮ ਸਹੇਲੀ ਤੋਂ ਸੱਪ ਬਣ ਗਿਆ। ਬੜੇ ਸਖਤ ਲਫ਼ਜ਼ਾਂ ਵਿੱਚ ਮੈਨੂੰ ਕਹਿਣ ਲੱਗਾ, 'ਵੇਖ ਕੁੜੀਏ,
ਤੂੰ ਆਪਣੇ ਅਸੂਲ ਤੋਂ ਡਿੱਗ ਪਈ ਹੈ, ਨਾਲੇ ਤੂੰ ਪਾਰਟੀ ਦੇ ਨਿਯਮਾਂ ਨੂੰ ਭੰਗ ਕੀਤਾ ਹੈ ਆਪਣੇ ਅੰਦਰ ਇਸ ਕਿਸਮ ਦੀ ਤਬਦੀਲੀ ਲਿਆ ਕੇ, ਤੇ ਤੇਰੇ ਇਸ ਜੁਰਮ ਦੀ ਸਜ਼ਾ ਤੈਨੂੰ ਪਤਾ ਹੀ ਹੈ ਕੀ ਹੋਵੇਗੀ। ਫੇਰ ਸੁੰਦਰਦਾਸ ਨੇ ਘਬਰਾਹਟ ਵਿੱਚ ਪੁੱਛਿਆ। ਪੁਸ਼ਪਾ ਦੱਸਣ ਲੱਗੀ, ਮੇਰੇ ਜੁਰਮ ਦੀ ਇਹੋ ਸਜ਼ਾ ਹੋ ਸਕਦੀ ਹੈ। ਮੈਂ ਖੁਦ ਵੀ ਤਾਂ ਇਸ ਗੱਲ ਨੂੰ ਜਾਣਦੀ ਸਾਂ, ਪਰ ਮੈਂ ਤਾਂ ਕਿਸੇ ਹੋਰ ਹੀ ਖਿਆਲੋਂ ਬਾਬਾ ਜੀ ਪਾਸੇ ਜ਼ਿਕਰ ਛੇੜਿਆ ਸੀ। ਮੇਰੀ ਉਹੀ ਚਾਹ ਸੀ ਕਿ ਇੱਕ ਵਾਰੀ ਤੁਹਾਡੇ ਨਾਲ ਉਸ ਦੀ ਬਹਿਸ ਕਰਵਾਵਾਂ, ਪਰ ਉਸਨੇ ਤਾਂ ਹੋਰ ਕੁਝ ਕਹਿਣ ਦਾ ਮੌਕਾ ਹੀ ਨਾ ਦੇ ਕੇ ਝੱਟ ਮੇਰੇ ਲਈ ਮੌਤ ਦਾ ਫਤਵਾ ਸਾਦਰ ਕਰ ਦਿੱਤਾ। ਪਰ ਮੈਂ ਵੀ ਤਾਂ ਉਹਨਾਂ ਲੋਕਾਂ ਦੀ ਸੰਗਤ ਵਿੱਚ ਰਹਿ ਕੇ ਬਥੇਰੇ ਦਾਅ ਪੇਚ ਸਿੱਖ ਚੁੱਕੀ ਸਾਂ। ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਮੌਤ ਮੇਰੇ ਸਿਰ ਤੇ ਮੰਡਰਾ ਰਹੀ ਹੈ। ਮੈਂ ਆਪਣੀ ਨਿਰਦੋਸ਼ਤਾ ਦੇ ਪ੍ਰਮਾਣ ਵਜੋਂ ਬਹੁਤ ਕੁਝ ਕਿਹਾ ਤੇ ਇਹ ਵੀ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਡਾਕਟਰ ਦਾ ਪ੍ਰਭਾਵ ਮੇਰੇ ਉੱਤੇ ਵਕਤੀ ਜਿਹਾ ਸੀ, ਜਿਸ ਦਾ ਮੈਨੂੰ ਅਫਸੋਸ ਹੈ, ਤੇ ਹੁਣ ਮੈਂ ਪਹਿਲਾਂ ਵਾਂਗ ਹੀ ਆਪਣੇ ਇਰਾਦਿਆਂ ਤੇ ਦ੍ਰਿੜ ਹਾਂ। ਫਿਰ ਪ੍ਰੀਤਮ ਸਿੰਘ ਨੇ ਪੁੱਛਿਆ, ਬਾਬੇ ਉੱਤੇ ਕੁਝ ਅਸਰ ਹੋਇਆ ਤੇਰੀਆਂ ਗੱਲਾਂ ਦਾ? ਅਸਰ ਪਾਪਾ ਜੀ, ਬਸ ਇੰਨਾ ਕੁ ਹੋਇਆ ਉਸ ਉੱਤੇ ਕਿ ਮੇਰੀ ਮੌਤ ਦਾ ਫਤਵਾ ਕੁਝ ਚਿਰ ਲਈ ਮੁਲਤਵੀ ਕਰਕੇ ਉਸਨੇ ਇੱਕ ਐਸੀ ਗੱਲ ਮੈਨੂੰ ਕਹੀ ਜਿਹੜੀ ਮੇਰੇ ਲਈ ਮੌਤ ਨਾਲੋਂ ਵੀ ਜ਼ਿਆਦਾ ਸੀ। ਮਸਲਿਨ? ਸੁੰਦਰਦਾਸ ਨੇ ਪੁੱਛਿਆ। ਕਹਿਣ ਲੱਗਾ, ਵੇਖ ਕੁੜੀਏ, ਠੀਕ ਹੈ ਕਿ ਤੇਰੇ ਵਰਗੀ ਉੱਚੇ ਦਰਜੇ ਦੀ ਵਰਕਰ ਨਾਲੇ ਲੀਡਰਾਂ ਨੂੰ ਗਵਾ ਕੇ ਪਾਰਟੀ ਨੂੰ ਕਦੀ ਪੂਰਾ ਨਾ ਹੋਣ ਵਾਲਾ ਘਾਟਾ ਪਵੇਗਾ, ਪਰ ਪਾਰਟੀ ਦੇ ਨਿਯਮ ਵੀ ਤਾਂ ਅਟਲ ਨੇ। ਅਲਬੱਤਾ ਤੇਰੀ ਜਵਾਨੀ ਉੱਤੇ ਤਰਸ ਖਾ ਕੇ ਤੇ ਆਪਣੀ ਪਾਰਟੀ ਦੀ ਭਲਾਈ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਤੈਨੂੰ ਇੱਕ ਰਿਆਇਤ ਦੇ ਸਕਦਾ ਹਾਂ। ਬਾਕੀ ਤੈਨੂੰ ਆਪਣੇ ਦਿਲ ਤੇ ਖਿਆਲਾਂ ਦੀ ਮਜ਼ਬੂਤੀ ਦਾ ਇਮਤਿਹਾਨ ਦੇਣਾ ਪਵੇਗਾ। ਇਮਤਿਹਾਨ? ਪ੍ਰੀਤਮ ਸਿੰਘ ਬੋਲ ਉੱਠਿਆ। ਮੈਂ ਜਾਣਦਾ ਹਾਂ ਉਹਨਾਂ ਦੇ ਇਮਤਿਹਾਨ ਕਿਤਨੇ ਖਤਰਨਾਕ ਹੁੰਦੇ ਨੇ। ਅੱਛਾ, ਤੇ ਕੀ ਸੀ ਉਸ ਦਾ ਇਮਤਿਹਾਨ? ਬਹੁਤ ਹੀ ਨਾਕਾਬਲੇ ਬਰਦਾਸ਼ਤ ਪਾਪਾ ਜੀ, ਪੁਸ਼ਪਾ ਦੱਸਣ ਲੱਗੀ। ਉਸਨੇ ਬੜੀ ਕਰੜਾਈ ਨਾਲ ਮੈਨੂੰ ਹੁਕਮ ਦਿੱਤਾ ਕਿ ਹੁਣ ਤੋਂ 24 ਘੰਟਿਆਂ ਦੇ ਵਿੱਚ ਤੈਨੂੰ 2 ਆਦਮੀਆਂ ਨੂੰ ਮੌਤ ਦੇ ਘਾਟ ਉਤਾਰਨਾ ਹੋਵੇਗਾ, ਆਪਣੇ ਭਰਾ ਨੂੰ ਨਾਲੇ ਉਸ ਡਾਕਟਰ ਨੂੰ ਜਿਸ ਨੂੰ ਤੂੰ ਮੁਹੱਬਤ ਕਰਦੀ ਏ। ਪਰ ਪੁਸ਼ਪਾ, ਪ੍ਰੀਤਮ ਸਿੰਘ ਦੇ ਕਾਲੇ ਸਵਾਲ ਨੇ ਪੁਸ਼ਪਾ ਨੂੰ ਟੋਕ ਦਿੱਤਾ। ਤੂੰ ਬਾਬੇ ਨੂੰ ਮੁਹੱਬਤ ਬਾਰੇ ਕੁਝ ਦੱਸਿਆ ਸੀ? ਕੁਝ ਵੀ ਨਾ ਪਾਪਾ ਜੀ, ਪਰ ਇਹੋ ਤਾਂ ਉਸ ਬੁੱਢੇ ਵਿੱਚ ਵਾਧਾ ਹੈ ਕਿ ਅਗਲੇ ਦੀਆਂ ਹਰਕਤਾਂ ਤੋਂ ਬਲਕਿ ਨਜ਼ਰਾਂ ਤੋਂ ਹੀ ਉਹ ਦਿਲ ਦੀਆਂ ਗੱਲਾਂ ਭਾਪ ਲੈਂਦਾ ਹੈ। ਫੇਰ ਸੁੰਦਰਦਾਸ ਨੇ ਇੱਕਦਮ ਹਰੇਲੀ ਵਿੱਚ ਪੁੱਛਿਆ। ਫਿਰ ਇਹ ਕਿ ਮੈਂ ਜ਼ਾਹਿਰ ਤੌਰ ਤੇ ਉਸ ਦਾ ਹੁਕਮ ਪਾਲਣ ਲਈ ਨਾ ਸਿਰਫ ਰਜ਼ਾਮੰਦੀ ਬਲਕਿ ਬੜੀ ਕਾਹਲ ਪ੍ਰਗਟ ਕੀਤੀ। ਇੱਥੋਂ ਤੱਕ ਕਹਿ ਦਿੱਤਾ ਕਿ ਹੁਣੇ ਘਰ ਪਹੁੰਚਦਿਆਂ ਹੀ ਮੈਂ ਦੋਹਾਂ ਨੂੰ ਹੱਥੋਂ ਹੱਥੀਂ ਟਿਕਾਣੇ ਲਾ ਦਿਆਂਗੀ। ਪਰ ਅੰਦਰੇ ਅੰਦਰ ਮੈਂ ਤਟਫਟ ਇਰਾਦਾ ਬਣਾ ਲਿਆ ਕਿ ਉਸੇ ਨੂੰ ਖਤਮ ਕਰਨ ਦਾ, ਤੇ ਉਸ ਤੋਂ ਥੋੜੀ ਹੀ ਦੇਰ ਬਾਅਦ ਮੈਂ ਉਸ ਦਾ ਕੰਮ ਤਮਾਮ ਕਰ ਦਿੱਤਾ। ਮੈਨੂੰ ਸਭ ਤੋਂ ਵੱਡਾ ਖਤਰਾ ਉਸੇ ਬਾਰੇ ਸੀ। ਹੋਰ ਤਾਂ ਪਾਰਟੀ ਦੇ ਕਿਸੇ ਵੀ ਮੈਂਬਰ ਨੇ ਹਜੇ ਤੱਕ ਮੇਰੀ ਸ਼ਕਲ ਨਹੀਂ ਵੇਖੀ, ਨਾ ਹੀ ਬਾਬੇ ਨੇ ਕਦੀ ਕਿਸੇ ਨੂੰ ਦੱਸਿਆ ਕਿ ਮੈਂ ਕੌਣ ਹਾਂ, ਕਿੱਥੇ ਰਹਿੰਦੀ ਹਾਂ। ਜੇ ਕਦੀ ਉਹ ਜਿਉਂਦਾ ਰਹਿੰਦਾ ਤਾਂ ਅਵਲ ਤਾਂ ਮੈਂ ਉਸ ਦੀ ਗੋਲੀ ਤੋਂ ਬਚ ਨਾ ਸਕਦੀ, ਜੇ ਬਚ ਵੀ ਜਾਂਦੀ ਤਾਂ ਹਮੇਸ਼ਾ ਮੇਰੇ ਦਿਲ ਨੂੰ ਧੁੜਕੂ ਲੱਗਾ ਰਹਿਣਾ ਸੀ। ਪੁਸ਼ਪਾ ਦੇ ਸਭ ਕੁਝ ਦੱਸ ਚੁੱਕਣ ਤੋਂ ਬਾਅਦ ਥੋੜੀ ਦੇਰ ਲਈ ਕਮਰੇ ਵਿੱਚ ਖਾਮੋਸ਼ੀ ਛਾਈ ਰਹੀ, ਜਿਸ ਨੂੰ ਪ੍ਰੀਤਮ ਸਿੰਘ ਨੇ ਕਹਿੰਦਿਆਂ ਤੋੜਿਆ। ਉਹ ਹੁਣ ਪਤਾ ਲੱਗਾ ਕਿ ਵਿਆਹ ਦਾ ਨਾਂ ਸੁਣ ਕੇ ਕਿਉਂ ਤੂੰ ਤੌਬਾ ਤੌਬਾ ਪੁਕਾਰ ਉੱਠਦੀ ਸੈਂ। ਇਹ ਵੀ ਤਾਂ ਤੇਰੀ ਪਾਰਟੀ ਦਾ ਇੱਕ ਨਿਯਮ ਸੀ ਕਿ ਉਸਦੇ ਮੈਂਬਰ ਵਿਆਹ ਨਹੀਂ ਕਰਾ ਸਕਦੇ। ਸਰਦਾਰ ਜੀ, ਸੁੰਦਰਦਾਸ ਨੇ ਹੋਰ ਗੱਲ ਛੇੜੀ, ਵਿਆਹ ਸ਼ਾਦੀ ਦੀਆਂ ਗੱਲਾਂ ਤਾਂ ਫਿਰ ਕਰ ਲਵਾਂਗੇ, ਪਹਿਲਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਬਾਬੇ ਦੇ ਕਤਲ ਵਿੱਚ ਕਿਤੇ ਪੁਸ਼ਪਾ ਦੇ ਵੀ ਗਰਦਾਨੀ ਨਾ ਜਾਵੇ। ਇਸ ਗੱਲ ਦਾ ਉਕਾ ਫਿਕਰ ਨਾ ਕਰੋ, ਜਵਾਬ ਪੁਸ਼ਪਾ ਨੇ ਦਿੱਤਾ। ਦੱਸ ਚੁੱਕੀ ਹਾਂ ਕਿ ਸਿਰਫ ਇੱਕ ਬਾਬਾ ਹੀ ਜਾਣਦਾ ਸੀ ਕਿ ਭਾਰਤ ਪੁੱਤਰੀ ਅਸਲ ਵਿੱਚ ਕੌਣ ਹੈ, ਹੋਰ ਕਿਸੇ ਨੂੰ ਵੀ ਇਸ ਗੱਲ ਦਾ ਇਲਮ ਨਹੀਂ। ਫਿਰ ਇਹ ਵੀ ਕਿ ਰਾਵੀ ਰੋਡ ਦੀ ਜਿਸ ਕੋਠੀ ਵਿੱਚ ਮੈਂ ਉਸ ਨੂੰ ਮਾਰਿਆ ਹੈ, ਉਸ ਵਿੱਚ ਨਾ ਤਾਂ ਕੋਈ ਹੋਰ ਮੌਜੂਦ ਸੀ, ਨਾ ਹੀ ਉਸ ਦੇ ਨੇੜੇ ਤੇੜੇ ਕੋਈ ਹੋਰ ਮਕਾਨ ਹੀ ਹੈ। ਨਾਲੇ ਇੱਕ ਹੋਰ ਵੀ ਸਹੂਲਤ ਹੈ ਡਾਕਟਰ ਜੀ, ਪ੍ਰੀਤਮ ਸਿੰਘ ਬੋਲਿਆ, ਕਿ ਪੁਸ਼ਪਾ ਉੱਤੇ ਸ਼ੱਕ ਤਾਂ ਕਿਸੇ ਨੇ ਕੀ ਕਰਨਾ ਹੈ। ਇਹ ਗੱਲ ਕਿਸੇ ਦੇ ਖੁਆਬ ਵਿੱਚ ਵੀ ਨਹੀਂ ਆ ਸਕਦੀ ਕਿ ਇੱਕ ਪੁਲਿਸ ਅਫਸਰ ਦੀ ਭੈਣ ਐਸਾ ਕਰ ਸਕਦੀ ਹੈ। ਚਲੋ ਭਲੇ ਬੱਚੇ, ਸੁੰਦਰਦਾਸ ਬੋਲਿਆ, ਚੋਰ ਵੀ ਮਰ ਗਿਆ, ਲਾਠੀ ਵੀ ਬਚ ਗਈ। ਨਾਲੇ ਪ੍ਰੀਤਮ ਸਿੰਘ ਨੇ ਟਕੋਰ ਕੀਤੀ, ਹੁਣ ਤਾਂ ਤੁਹਾਨੂੰ ਕਿਸੇ ਟੂਟਾਰ ਦੀ ਖੇਚਲ ਨਹੀਂ ਕਰਨੀ ਪਵੇਗੀ। ਫਿਰ ਉਸ ਪੁਸ਼ਪਾ ਵੱਲ ਤੱਕਿਆ। ਕਿਉਂ ਪੁਸ਼ੀ, ਤੇਰਾ ਕੀ ਖਿਆਲ ਹੈ? ਪੁਸ਼ਪਾ ਮੁਸਕਰਾ ਪਈ। ਮੇਰੀ ਸਲਾਹ ਹੈ, ਸੁੰਦਰਦਾਸ ਬੋਲਿਆ, ਕੁਝ ਚਿਰ ਅਸੀਂ ਸਭ ਦਿੱਲੀ ਕਿਉਂ ਨਾ ਚਲੇ ਚੱਲੀਏ। ਤੁਹਾਡਾ ਮਤਲਬ ਹੈ, ਪ੍ਰੀਤਮ ਸਿੰਘ ਨੇ ਛੇੜ ਕੀਤੀ, ਕਿ ਤੁਸਾਂ ਦੋਹਾਂ ਦਾ ਗੰਢ ਚਿਤਰਾਵਾ ਲਾਹੌਰ ਵਿੱਚ ਨਹੀਂ ਹੋਣਾ ਚਾਹੀਦਾ। ਬੇਸ਼ੱਕ, ਸੁੰਦਰਦਾਸ ਨੇ ਨਹਿਲੇ ਉੱਤੇ ਦਹਿਲਾ ਮਾਰਿਆ। ਨਾਲੇ ਪੁਸ਼ਪਾ ਦੇ ਭਰਾ ਭਰਜਾਈ ਵੀ ਕਾਲੇ ਪਏ ਨੇ ਜੋੜਾ ਬਣ ਲਈ। ਤੁਹਾਡਾ ਮਤਲਬ ਹੈ, ਪ੍ਰੀਤਮ ਸਿੰਘ ਨੇ ਕਿਹਾ, ਦਿੱਲੀ ਜਾ ਕੇ ਦੋਵੇਂ ਵੇਦੀਆਂ ਨਾਲੋਂ ਨਾਲ ਗੱਡੀਆਂ ਜਾਣ। ਕੀ ਹਰਜ਼ ਹੈ? ਉਸ ਜਵਾਬ ਦਿੱਤਾ। ਕਿਉਂ ਪੁਸ਼ੀ, ਪ੍ਰੀਤਮ ਸਿੰਘ ਨੇ ਉਹਨੂੰ ਪੁੱਛਿਆ, ਤੇਰੀ ਕੀ ਸਲਾਹ ਹੈ? ਫਿਰ ਤਾਂ ਨਹੀਂ ਅੜੀ ਪਾ ਬਹੇਂਗੀ ਕਿ ਵਿਆਹ ਨਹੀਂ ਕਰਾਣਾ। ਪੁਸ਼ਪਾ ਐਤਕਾ ਨਹੀਂ ਸ਼ਰਮਾਈ। ਮੇਰੀ ਅੜੀ ਤਦ ਤੱਕ ਕਾਇਮ ਰਹੇਗੀ ਜਦ ਤੱਕ ਤੁਸੀਂ ਪੁਲਿਸ ਦੀ ਨੌਕਰੀ ਨਹੀਂ ਛੱਡਦੇ। ਨੌਕਰੀ ਛੱਡਣ ਦਾ ਤਾਂ ਮੈਂ ਪਹਿਲਾਂ ਹੀ ਇਰਾਦਾ ਕਰੀ ਬੈਠਾ ਹਾਂ ਪੁਸ਼ੀ। ਜਦ ਹੁਣ ਅਸੀਂ ਦੋਹਾਂ ਜੋੜਿਆਂ ਨੂੰ ਮਿਲ ਕੇ ਇੱਕ ਨਵੀਂ ਦੁਨੀਆ ਵਸਾਉਣੀ ਹੈ, ਪਿਆਰ ਦੀ ਦੁਨੀਆ। ਬੋਲ, ਹੁਣ ਤਾਂ ਕਾਫੀ ਹੈ ਨਾ।
ਪੁਸ਼ਪਾ ਦੀਆਂ ਬੁੱਲੀਆਂ ਉੱਤੇ ਦੂਰੀ ਤੀਰੀ ਸਫਲਤਾ ਦੀ ਮੁਸਕਰਾਹਟ ਵਿੱਚ ਸੁੰਦਰਦਾਸ ਬੋਲਿਆ, ਤਾਂ ਭਲਕੇ ਬਾਪੂ ਜੀ ਨੂੰ ਵੀ ਚਿੱਠੀ ਲਿਖ ਦੇਣੀ ਚਾਹੀਦੀ ਹੈ। ਪਰ ਪੁਸ਼ਪਾ ਬੋਲੀ, ਉਹ ਤਾਂ ਅਸਾਂ ਦੋਹਾਂ ਭੈਣ ਭਰਾਵਾਂ ਉੱਤੇ ਸਖਤ ਨਾਰਾਜ਼ ਨੇ। ਸੁੰਦਰਦਾਸ ਬੋਲਿਆ, ਉਹਨਾਂ ਦੀ ਨਾਰਾਜ਼ਗੀ ਦੂਰ ਕਰਨੀ ਤੇ ਤੁਸਾਂ ਦੋਹਾਂ ਨੂੰ ਮੁਆਫੀ ਦਿਵਾਣੀ ਇਹ ਮੇਰਾ ਕੰਮ ਹੈ। ਪੁਸ਼ਪਾ ਦੇਵੀ, ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ। ਅੱਛਾ। ਪ੍ਰੀਤਮ ਸਿੰਘ ਉੱਠਦਾ ਹੋਇਆ ਬੋਲਿਆ, ਚਲੋ ਹੁਣ ਚੱਲ ਕੇ ਮਾਂ ਜੀ ਨੂੰ ਨਾਲੇ ਮਨੋਰਮਾ ਨੂੰ ਖੁਸ਼ਖਬਰੀ ਸੁਣਾਈਏ। ਚਲੋ ਚਲੋ। ਤੇ ਫਿਰ ਤਿੰਨੇ ਉੱਠ ਤੁਰੇ ਦੂਸਰੇ ਕਮਰੇ ਵੱਲ। ਸਮਾਪਤ। ਧੰਨਵਾਦ।